सत श्री अकाल, स्वागत है ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਸੈਗਮੈਂਟ ਦੀ। ਭਾਰਤ ਦੇ ਵਿੱਚ ਪਿਛਲੇ 1 ਸਾਲ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਵੀ NRIs ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਬੀਤੇ ਦਿਨੀ ਬ੍ਰੈਂਪਟਨ ਦੇ ਵਿੱਚ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਕਿਸਾਨ ਰੈਲੀ ਕੱਢੀ ਗਈ ਅਤੇ ਲੋਕਾਂ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਪੂਰਾ ਸਹਿਯੋਗ ਦਿੰਦੇ ਹਨ ਤੇ ਅੱਗੇ ਵੀ ਦਿੰਦੇ ਰਹਿਣਗੇ। ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਇਕੱਠੇ ਹੋਏ ਕਿਸਾਨਾਂ ਦੇ ਹੱਕ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੋਕ ਹਾਮੀ ਭਰ ਰਹੇ ਹਨ। ਇਸੇ ਵਿਰੋਧ ਪ੍ਰਦਰਸ਼ਨ ਨੂੰ ਸਹਿਯੋਗ ਦਿੰਦਿਆਂ ਬ੍ਰੈਂਪਟਨ ਦੇ ਵਿੱਚ ਹਰਨਟੈਰੀਓ ਸਟਰੀਟ ਅਤੇ ਸਟੀਲਸ ਐਵਨਿਊ ਦੇ ਇੰਟਰਸੈਕਸ਼ਨ ਉੱਤੇ ਇੱਕ ਵਾਰੀ ਫਿਰ ਤੋਂ ਭਾਰਤੀ ਕਮਿਊਨਿਟੀ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਨਵੇਂ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ। ਭਾਰਤ ਦੇ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਉਹਨਾਂ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਸੀਗੀ, ਬੰਦ ਭਾਰਤ ਦੇ ਵਿੱਚ ਜਿਹੜਾ ਉਹ ਮੁਕੰਮਲ ਹੋ ਚੁੱਕਿਆ। ਅਸੀਂ ਕੈਨੇਡਾ ਤੋਂ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਇਹ ਰੋਸ ਰੈਲੀ ਕਰ ਰਹੇ ਹਾਂ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਭਈ ਦਸੰਬਰ 2020 ਦੇ ਪਹਿਲੇ ਹਫਤੇ ਤੋਂ ਹੀ ਜਦੋਂ ਕਿਸਾਨ ਜਿਹੜੇ ਆ ਉਹ ਦਿੱਲੀ ਤੇ ਡਟੇ ਸੀਗੇ 26 ਨਵੰਬਰ ਤੋਂ, ਤਾਂ ਅਸੀਂ ਇੱਥੇ ਇੱਕ ਫਾਰਮਰਜ਼ ਸਪੋਰਟ ਗਰੁੱਪ ਬਣਾਇਆ, ਇੱਕ ਕਮੇਟੀ ਬਣਾਈ ਜਿਹੜੀ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਨੂੰ ਸਪੋਰਟ ਕਰਦੀ ਆਈ ਆ ਔਰ ਉਹਨਾਂ ਦੇ ਹਰ ਸੱਦੇ ਦੇ ਉੱਤੇ ਅਸੀਂ ਫੁੱਲ ਚੜਾਉਂਦੇ ਆਏ ਹਾਂ। ਇੱਥੇ ਜਿਹੜਾ ਕੰਸੂਲੇਟ ਜਨਰਲ ਆ ਉਹਦੇ ਦਫ਼ਤਰ ਦੇ ਅੱਗੇ ਭਾਵੇਂ ਰੋਸ ਪ੍ਰਗਟ ਕਰਨਾ ਹੋਵੇ, ਭਾਵੇਂ ਕਾਰ ਰੈਲੀਆਂ ਕਰਨੀਆਂ ਹੋਣ, ਭਾਵੇਂ ਜ਼ੂਮ ਮੀਟਿੰਗਾਂ ਕਰਨੀਆਂ ਹੋਣ, ਅਸੀਂ ਸਦਾ ਹੀ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਾਂ। ਅਤੇ ਅੱਜ ਅਸੀਂ ਜਿਹੜੀ 27 ਸਤੰਬਰ ਆ ਇਹ ਭਾਰਤ ਬੰਦ ਦੇ ਸਪੋਰਟ ਦੇ ਵਿੱਚ ਇਹ ਐਕਸ਼ਨ ਜਿਹੜਾ ਉਹ ਕਰ ਰਹੇ ਹਾਂ। ਸਾਲ ਤੋਂ ਵੱਧ ਹੋ ਗਿਆ ਸੰਘਰਸ਼ ਚੱਲਦੇ ਨੂੰ ਤੇ ਇਹ ਸੰਘਰਸ਼ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ, ਪਰ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ ਹੈਗੀ ਤੇ ਇਹਨੂੰ ਕੇਂਦਰ ਸਰਕਾਰ ਦੀ ਢੀਠਤਾ ਹੀ ਕਹਾਂਗੇ ਅਸੀਂ। ਤੇ ਇਸ ਸਰਕਾਰ ਨੂੰ ਇਸ ਆਪਣੀ ਜਿਹੜੀ ਇਹ ਨਾ ਪੱਖੀ ਪਹੁੰਚ ਹੈਗੀ ਆ ਇਹ ਤੋਂ ਪਰੇ ਹਟ ਕੇ ਇਸ ਤੋਂ ਮਤਲਬ ਇਹਨੂੰ ਹਟਾ ਕੇ ਇਸ ਪਹੁੰਚ ਨੂੰ ਦੂਰ ਕਰਕੇ ਤੇ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਕੇ ਕੋਈ ਰਸਤਾ ਜਿਹੜਾ ਲੱਭਣਾ ਚਾਹੀਦਾ ਹੈਗਾ, ਕਿਉਂਕਿ 22 ਜਨਵਰੀ ਤੋਂ ਬਾਅਦ ਕਿਸਾਨਾਂ ਦੇ ਨਾਲ, ਕਿਸਾਨ ਲੀਡਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। 22 ਜਨਵਰੀ ਜਿਹੜੀ ਉਹ ਲਾਸਟ ਹੈਗੀ ਆ, ਉਸ ਤੋਂ ਬਾਅਦ ਇਹਨਾਂ ਮੋਦੀ ਸਾਹਿਬ ਤੇ ਸਾਡੇ ਕਹਿ ਦਿੰਦੇ ਆ ਪ੍ਰਧਾਨ ਮੰਤਰੀ ਜੀ ਕਿ ਮੈਂ ਇੱਕ ਫੋਨ ਕਾਲ ਦੂਰ ਹੈਗਾ, ਪਰ ਉਹ ਫੋਨ ਕਾਲ ਪਤਾ ਨਹੀਂ ਕਦੋਂ ਆਉਣੀ ਆ ਤੇ ਕਦੋਂ ਹੋਣਾ ਹੈ। ਤੇ ਇਹ ਅਖੀਰ ਇਹਨਾਂ ਨੂੰ ਇਹ ਗੱਲ ਮੰਨਣੀ ਪੈਣੀ ਆ, ਇਹ ਜਿਹੜੇ ਕੇਂਦਰ ਸਰਕਾਰ ਆ, ਕਿ ਇਹ ਕਾਲੇ ਕਾਨੂੰਨ ਜਿਹੜੇ ਇਹ ਤਿੰਨੇ ਦੇ ਤਿੰਨੇ ਇਹ ਰੱਦ ਕਰਨੇ ਪੈਣੇ ਆ। ਜਿਹੜੀ MSP ਜਿਹੜੀ ਹੈਗੀ ਆ ਉਹ ਦੇਣੀ ਪੈਣੀ ਹੈਗੀ ਆ। ਜਿਵੇਂ ਆਪਾਂ ਸਾਰਿਆਂ ਨੇ ਵੇਖਿਆ ਹੈ ਕਿ ਭਾਰਤ ਬੰਦ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਭਾਰਤ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ, UP ਦਾ ਜਿਹੜਾ ਪੱਛਮੀ ਭਾਗ ਹੈ ਤੇ ਇੱਥੋਂ ਤੱਕ ਕਿ ਜਿਹੜੇ ਦੱਖਣ ਦੇ ਜਿਹੜੇ ਹੈਗੇ ਆ ਰਾਜ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਉਸ ਦਾ ਅਸਰ ਜਿਹੜਾ ਜ਼ਰੂਰ ਹੋਏਗਾ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਲਗਭਗ 1 ਸਾਲ ਦਾ ਸਮਾਂ ਹੋਣ ਵਾਲਾ ਹੈ ਅਤੇ ਇਸ ਦੌਰਾਨ ਭਾਰਤ ਸਣੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੀ ਭਾਰਤੀ ਕਮਿਊਨਿਟੀ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਕੀਤੇ ਜਾ ਰਹੇ ਇਸ ਅੰਦੋਲਨ ਦੀ ਅਸੀਂ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ
ਹੋਰ ਤਾਂ ਕੁਛ ਨਹੀਂ ਕਰ ਸਕਦੇ, ਪਰ ਉਹਨਾਂ ਵੀਰਾਂ ਨੂੰ ਹੌਸਲਾ ਦੇਣ ਲਈ, ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਸੋ ਇਸ ਕਰਕੇ ਅਸੀਂ ਅੱਜ ਇਹ ਪ੍ਰੋਗਰਾਮ ਇੱਥੇ ਲਿਖਿਆ ਗਿਆ। ਵੱਖ-ਵੱਖ ਆਰਗੇਨਾਈਜੇਸ਼ਨ ਉਹਦੇ ਵਿੱਚ ਸ਼ਾਮਲ ਨੇ, ਸਹਾਇਤਾ ਵੱਲੋਂ ਅਸੀਂ ਸ਼ਾਮਲ ਹੋਏ ਹਾਂ। ਅਤੇ ਉਹਦੇ ਨਾਲ ਇਹ ਵੀ ਦੱਸਦੇ ਹਾਂ ਕਿ ਇਹ ਜਿਹੜੀ ਸਰਕਾਰ ਆ ਇੰਨੀ ਢੀਠ ਹੈ, ਅੱਜ ਤੱਕ ਦੀ ਇੰਨੀ ਸਰਕਾਰ ਕਦੇ ਵੀ ਕੋਈ ਢੀਠ ਨਹੀਂ ਦੇਖੀ ਹੈਗੀ। ਬਹੁਤ ਕਹਿ ਲਓ ਵੀ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੈਗਾ ਕਿ ਜਿਹਦੇ ਨਾਲ ਅਜੇ ਤੱਕ ਕੋਈ ਰਿਜ਼ਲਟ ਨਹੀਂ ਮਿਲ ਰਿਹਾ, ਪਰ ਉਮੀਦ ਆ ਕਿ ਅਸੀਂ ਕਾਮਯਾਬ ਹੋਵਾਂਗੇ ਇਹਦੇ ਵਿੱਚ। ਸੋ ਅਸੀਂ ਹਮੇਸ਼ਾ ਉਹਨਾਂ ਵੀਰਾਂ ਦੇ ਨਾਲ ਹਾਂ ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ। ਇੱਕ ਗੱਲ ਮੈਂ ਹੋਰ ਦੱਸਦੇ ਹਾਂ ਕਿ ਇਸ ਨੂੰ ਕਿਸਾਨੀ ਸੰਘਰਸ਼ ਦਾ ਨਾਂ ਦੇ ਕੇ ਇਹਨੂੰ ਛੋਟਾ ਨਾ ਕੀਤਾ ਜਾਵੇ। ਇਹ ਇਕੱਲੇ ਕਿਸਾਨ ਦਾ ਸੰਘਰਸ਼ ਨਹੀਂ, ਇਹ ਰੋਟੀ ਦਾ ਸੰਘਰਸ਼ ਆ, ਹਰ ਉਸ ਇਨਸਾਨ ਦਾ ਜਿਹਦੇ ਪੇਟ ਲੱਗਿਆ ਹੋਇਆ, ਜਿਹਨੇ ਮਿਹਨਤ ਕਸ਼ ਲੋਕਾਂ ਦਾ ਸੰਘਰਸ਼ ਆ। ਜੇ ਤੁਸੀਂ ਚੰਡੀਗੜ੍ਹ ਦੇ ਚੌਂਕਾਂ 'ਤੇ ਜਾਓਗੇ ਤੇ ਤੁਹਾਨੂੰ ਹਰ ਚੌਂਕ 'ਤੇ ਮਤਲਬ ਸ਼ਾਮ ਨੂੰ ਜਿਹੜਾ ਟਾਈਮ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ 6 ਵਜੇ ਤੋਂ ਲੈ ਕੇ 7 ਵਜੇ ਤੱਕ, ਹਰ ਚੌਂਕ ਦੇ ਉੱਤੇ ਉੱਥੇ ਆਪਣੇ ਬਜ਼ੁਰਗ, ਬੀਬੀਆਂ, ਆਪਣੇ ਯੰਗਸਟਰ, ਬੱਚੇ, ਪੂਰੀ ਦੀ ਪੂਰੀ ਫੈਮਲੀਜ਼ ਆ ਕੇ ਉੱਥੇ ਖੜੀਆਂ ਹੁੰਦੀਆਂ ਨੇ। ਦੇਖ ਕੇ ਬਹੁਤ ਵਧੀਆ ਲੱਗਦਾ। ਬਜ਼ੁਰਗਾਂ ਨਾਲ ਮੈਂ ਗੱਲ ਵੀ ਕੀਤੀ ਉੱਥੇ, ਜਦੋਂ ਉੱਥੇ ਮੈਂ ਮਨੀ ਮਾਜਰੇ ਮਤਲਬ ਧਰਨੇ 'ਤੇ ਉੱਥੇ ਚੌਂਕ 'ਤੇ ਸੀਗੀ, ਬਜ਼ੁਰਗਾਂ ਨਾਲ ਗੱਲ ਕੀਤੀ। ਉਹ ਮੈਨੂੰ ਇੱਕੇ ਗੱਲ ਕਹਿੰਦੇ ਵੀ ਅਸੀਂ ਨਹੀਂ ਮੁੜਨਾ, ਅਸੀਂ ਤਾਂ ਐਦਾਂ ਹੀ ਖੜੇ ਰਹਾਂਗੇ ਜਦ ਤੱਕ ਬਿੱਲ ਵਾਪਸ ਨਹੀਂ ਹੁੰਦੇ। ਰਾਜ ਭਾਗ ਦਾ ਆਵਾ ਊਠ, ਕਾਲੇ ਕਾਨੂੰਨ ਵਾਪਸ ਲਓ। ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਮੌਜੂਦ ਲੋਕਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਦੇ ਕੰਨਾਂ ਦੇ ਵਿੱਚ ਉਹਨਾਂ ਦੇ ਹੱਕੀ ਮੁੱਦਿਆਂ ਵੱਲ ਧਿਆਨ ਦੇਣ ਦੀ ਜਿਹੜੀ ਆਵਾਜ਼ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਿਲਕੁਲ ਸਹੀ ਹੈ। ਕਿਸਾਨਾਂ ਦੀ ਹੋ ਰਹੀ ਦੁਰਗਤੀ ਦਾ ਸਾਨੂੰ ਬਹੁਤ ਅਫਸੋਸ ਹੈ ਅਤੇ ਅਸੀਂ ਇਸ ਔਖੀ ਘੜੀ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਹਾਂ। ਅਸੀਂ ਲੋਕ ਭਾਰਤ ਦੀ ਧਰਤੀ ਤੋਂ ਕੋਹਾਂ ਦੂਰ, ਹਜ਼ਾਰਾਂ ਮੀਲ ਦੂਰ ਬੈਠੇ ਹਾਂ, ਪਰ ਫਿਰ ਵੀ ਅਸੀਂ ਚੇਤਨ ਵਾਂ ਕਿ ਉੱਥੇ ਉਹ ਜਿਹੜਾ ਇੱਕ ਕਰਪਟ ਸਿਸਟਮ ਆ, ਉਹ ਕਰਪਟ ਸਿਸਟਮ ਜਿਹੜਾ ਵਾ ਕਿਸ ਤਰੀਕੇ ਦੇ ਨਾਲ ਮਜ਼ਦੂਰ ਤੇ ਕਿਸਾਨ ਦੀ ਲੁੱਟ ਕਰ ਰਿਹਾ, ਤੇ ਅਸੀਂ ਉਸ ਲੁੱਟ ਦੇ ਖਿਲਾਫ ਹਮੇਸ਼ਾ ਬੁਲੰਦ ਆਵਾਜ਼ ਦੇ ਵਿੱਚ ਆਵਾਜ਼ ਦੇਵਾਂਗੇ। ਅਸੀਂ ਪੂਰੀ ਤਰ੍ਹਾਂ ਚੇਤਨ ਵਾਂ ਕਿ ਅਸੀਂ ਜਿੱਤ ਕੇ ਉਸ ਮੂਵਮੈਂਟ ਨੂੰ, ਇਹਨਾਂ ਦਾ ਫਸਤਾ ਵੱਢਾਂਗੇ, ਇਸ ਸਿਸਟਮ ਨੂੰ ਢਹਿ ਢੇਰੀ ਕਰਕੇ ਰੱਖ ਦੇਵਾਂਗੇ। ਲੋਕਾਂ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਸਾਰੀਆਂ ਸੰਬੰਧਿਤ ਧਿਰਾਂ ਦੇ ਨਾਲ ਬੈਠ ਕੇ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕੈਮਰਾ ਪਰਸਨ ਮਨਿੰਦਰ ਜਸਲ ਦੇ ਨਾਲ ਜਸਲੀਨ ਕੌਰ, PTC ਨਿਊਜ਼, ਬਰੈਂਪਟਨ, ਕੈਨੇਡਾ। NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਵਿੱਚ। ਕੈਨੇਡਾ ਵਿੱਚ ਦੀਵਾਲੀ ਦੇ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੀਵਾਲੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਟੋਰਾਂਟੋ ਦੇ ਵਿੱਚ ਵੀ ਅਜਿਹੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਜਿੱਥੇ ਭਾਰਤ ਦੀਆਂ ਸੱਭਿਆਚਾਰਕ ਪਰਫਾਰਮੈਂਸਸ ਰੱਖੀਆਂ ਗਈਆਂ ਸਨ ਅਤੇ ਇਸ ਇਵੈਂਟ ਦਾ ਹਿੱਸਾ ਬਣੇ ਵੱਖ-ਵੱਖ ਕਮਿਊਨਿਟੀ ਦੇ ਲੋਕੀ ਇਹਨਾਂ ਸੈਲੀਬ੍ਰੇਸ਼ਨਸ ਦਾ ਆਨੰਦ ਮਾਣਦੇ ਨਜ਼ਰ ਆਏ। ਟੋਰਾਂਟੋ ਦੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਸ਼ੁਭ ਹੈਲਪਿੰਗ ਹੈਂਡਸ ਵੱਲੋਂ ਦੀਵਾਲੀ ਐਂਡ ਮਿਊਜ਼ੀਕਲ ਸੈਲੀਬ੍ਰੇਸ਼ਨ ਇਵੈਂਟ ਆਯੋਜਿਤ ਕੀਤਾ ਗਿਆ, ਜਿੱਥੇ ਵੱਖ-ਵੱਖ ਭਾਈਚਾਰੇ ਦੇ ਲੋਕੀ ਮੌਜੂਦ ਸਨ ਅਤੇ ਉਹਨਾਂ ਨੇ ਭਾਰਤ ਦੇ ਸੱਭਿਆਚਾਰ ਦਾ ਬੇਹੱਦ ਆਨੰਦ ਮਾਣਿਆ। ਅੱਜ ਦਾ ਇਵੈਂਟ ਸ਼ੁਭ ਹੈਲਪਿੰਗ ਹੈਂਡ ਵੱਲੋਂ ਕੀਤਾ ਜਾ ਰਿਹਾ ਹੈਗਾ, ਜਿਹੜਾ ਕਿ ਡਾਂਸ ਐਂਡ ਮਿਊਜ਼ਿਕ ਪ੍ਰੋਗਰਾਮ ਦੇ ਉੱਤੇ ਆਧਾਰਿਤ ਹੈ ਔਰ ਨਾਲੇ ਹੀ ਅੱਜ ਦਾ ਪ੍ਰੋਗਰਾਮ ਦੀਵਾਲੀ ਨੂੰ ਦੀ ਸ਼ੁਰੂਆਤ ਕਰਨ ਲਈ ਮਨਾਇਆ ਜਾ ਰਿਹਾ ਹੈਗਾ। ਸਾਡੇ ਸਾਰੇ ਲੋਕ ਆਲਮੋਸਟ ਪਿਛਲੇ 1.5 ਸਾਲ ਤੋਂ ਕੋਵਿਡ ਦੇ ਵਿੱਚ ਫਸੇ ਹੋਏ ਹੈਗੇ ਘਰ 'ਚ। ਹੁਣ ਸਾਰਿਆਂ ਨੇ ਵੈਕਸੀਨੇਸ਼ਨ ਵਗੈਰਾ ਕਰਾ ਲਿੱਤਾ ਹੈਗਾ ਔਰ ਸੀਨੀਅਰਸ ਵਗੈਰਾ ਤੇ ਸਪੈਸ਼ਲੀ ਜਿਹੜੇ ਹੈਗੇ ਨੇ ਉਹ ਬੜੇ ਟਾਈਮ ਤੋਂ ਘਰਾਂ ਦੇ ਵਿੱਚ ਆਪਣੇ ਬੰਦ ਬੈਠੇ ਹੋਏ ਸੀਗੇ। ਇਸ ਕਰਕੇ ਮੇਰੀ ਵਾਈਫ ਨੀਨਾ ਵਰਮਾ, ਜੋ ਕਿ ਫਾਊਂਡਿੰਗ ਡਾਇਰੈਕਟਰ ਹੈਗੀ ਹੈ ਸ਼ੁਭ ਹੈਲਪਿੰਗ ਹੈਂਡ ਦੀ,
ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਬਈ ਆਪਣੇ ਸੀਨੀਅਰਸ ਨੂੰ ਥੋੜ੍ਹਾ ਐਕਟਿਵ ਰੱਖਿਆ ਜਾਏ ਕੋਵਿਡ ਦੇ ਦੌਰਾਨ, ਅਤੇ ਉਹ ਜ਼ੂਮ ਦੇ ਥਰੂ ਲੋਕਾਂ ਨੂੰ ਸਿਖਾਉਂਦੇ ਸੀਗੇ। ਪ੍ਰੋਫੈਸ਼ਨਲ ਟੀਚਰ ਜਿਹੜੇ ਹੈਗੇ ਜ਼ੂਮ ਦੇ ਰਾਹੀਂ ਸਭ ਨੂੰ ਡਾਂਸ ਔਰ ਮਿਊਜ਼ਿਕ ਦੇ ਬਾਰੇ ਸਿਖਾਉਂਦੇ ਰਹੇ ਹੈਗੇ ਨੇ, ਅਤੇ ਉਸ ਚੀਜ਼ ਦਾ ਅੱਜ ਫਾਈਨਲ ਪ੍ਰੋਗਰਾਮ ਹੈਗਾ ਤਾਂ कि वो सारे लोग दिखा सकन लोगों को कि भी घर बैठे बैठे भी उन्होंने की कुछ सीखा हैगा। आज हमें पार्शियल फेडरल फंडिंग जो मिली थी उसमें हमने जूम पे जो सीनियर्स को डांस, म्यूज़िक, योगा जो भी सिखाया है उसकी प्रेजेंटेशन हम इंडोर इवेंट में कर रहे हैं और हमारे सीनियर्स ने परफॉर्म किया है और उनको मेंटल हेल्थ के लिए ये बहुत अच्छा है। वो बाहर निकले हैं, सब ने डबल डोज लगवाई हुई है, दे आर सेफली सिटिंग एंड एंजॉइंग। और यही हमारा मोटो है कि हम अपने सीनियर्स को इस तरह बाहर लाते रहें और उनको कुछ ना कुछ सिखाते रहें। अपने सीनियर्स की रिस्पेक्ट कीजिए, उनको कॉन्फिडेंस दीजिए, वट एवर दे लॉस्ट व्हेन दे केम एज एन इमिग्रेंट, एंड उनको लेट देम कम आउट एंड बी देमसेल्व्स। ਕੋਰੋਨਾ ਵਾਇਰਸ ਪੈਂਡੈਮਿਕ ਤੋਂ ਬਾਅਦ ਸ਼ੁਭ ਹੈਲਪਿੰਗ ਹੈਂਡਸ ਸੰਸਥਾ ਦਾ ਇਹ ਪਹਿਲਾ ਇਵੈਂਟ ਸੀ ਜਿੱਥੇ ਲੋਕਾਂ ਦੀ ਸੁਰੱਖਿਆ ਅਤੇ ਵੈਨਿਊ ਦੀ ਕੈਪੈਸਿਟੀ ਦਾ ਖਾਸ ਧਿਆਨ ਰੱਖਿਆ ਗਿਆ। ਇਸ ਮੌਕੇ ਸੀਨੀਅਰਸ ਵੱਲੋਂ ਮਿਊਜ਼ਿਕ ਅਤੇ ਡਾਂਸ ਪਰਫਾਰਮੈਂਸਸ ਵੀ ਦਿੱਤੀਆਂ ਗਈਆਂ। ਸ਼ੁਭ ਹੈਲਪਿੰਗ ਹੈਂਡਸ ਸੰਸਥਾ ਵੱਲੋਂ ਇਸ ਇਵੈਂਟ ਰਾਹੀਂ ਫੈਡਰਲ ਫੰਡਿੰਗ ਪ੍ਰੋਜੈਕਟ ਪੂਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਕੋਵਿਡ-19 ਪੈਂਡੈਮਿਕ ਦੌਰਾਨ ਸੀਨੀਅਰਸ ਨੂੰ ਸਹਿਯੋਗ ਦੇਣ ਲਈ ਕੈਨੇਡਾ ਭਰ ਦੇ ਵਿੱਚ ਕਮਿਊਨਿਟੀ ਆਰਗੇਨਾਈਜੇਸ਼ਨਸ ਨੂੰ $20 ਮਿਲੀਅਨ ਦੀ ਫੰਡਿੰਗ ਦਿੱਤੀ ਗਈ ਸੀ। ਇਸ ਅਧੀਨ ਮਿਸਿਸਾਗਾ ਦੀ ਆਰਗੇਨਾਈਜੇਸ਼ਨ ਸ਼ੁਭ ਹੈਲਪਿੰਗ ਹੈਂਡਸ ਨੂੰ $25,000 ਦਿੱਤੇ ਗਏ ਸਨ, ਜਿਸ ਨਾਲ ਸੀਨੀਅਰਸ ਨੂੰ ਐਜੂਕੇਸ਼ਨਲ ਟ੍ਰੇਨਿੰਗ, ਫੂਡ ਐਂਡ ਮੈਡੀਕੇਸ਼ਨ ਡਿਲੀਵਰੀਜ਼, ਵਰਚੁਅਲ ਐਕਟੀਵਿਟੀਜ਼ ਅਤੇ ਕਈ ਐਸੈਂਸ਼ੀਅਲ ਐਕਟੀਵਿਟੀਜ਼ ਦੇ ਨਾਲ ਜੋੜਿਆ ਗਿਆ। ਸਾਡੇ ਸੀਨੀਅਰਸ ਨੂੰ ਅਸੀਂ ਭੁੱਲ ਜਾਂਦੇ ਹਾਂ ਕੇਸ ਤੋਂ ਬਾਅਦ, ਬਟ ਉਹਨਾਂ ਦੇ ਵੀ ਆਪਣੇ ਬਹੁਤ ਸਾਰੇ ਡ੍ਰੀਮਸ ਹੁੰਦੇ ਨੇ, ਉਹਨਾਂ ਦੇ ਵੀ ਆਪਣੇ ਬਹੁਤ ਪੋਟੈਂਸ਼ੀਅਲਸ ਹੁੰਦੇ ਨੇ। ਅਤੇ ਅੱਜ ਉਹਨਾਂ ਨੇ ਸਭ ਨੇ ਡਾਂਸ ਇਹਨਾਂ ਨੇ ਸਿਖਾਇਆ ਔਰ ਇਹਨਾਂ ਨੇ ਸਿੰਗਿੰਗ ਸਿਖਾਈ ਅਤੇ ਸਾਰੇ ਸੀਨੀਅਰਸ ਨੇ ਪਰਫਾਰਮ ਕੀਤਾ ਹੈਗਾ ਇੱਥੇ ਔਰ ਸਾਰੇ ਇਕੱਠੇ ਹੋਏ ਨੇ ਅੱਜ ਪੂਰੇ ਕੋਵਿਡ ਦੇ ਪ੍ਰੋਟੋਕੋਲਸ ਦੇ ਨਾਲ। ਪੂਰਾ ਮਾਸਕ ਹੈ, ਸੈਨੀਟਾਈਜ਼ਰਸ ਨੇ ਔਰ ਕਾਫੀ ਘੱਟ ਬੰਦੇ ਨੇ, ਆਉਣਾ ਬਹੁਤ ਸਾਰੇ ਬੰਦੇ ਚਾਹੁੰਦੇ ਸੀ। ਅਤੇ ਅਸੀਂ ਸਭ ਨੂੰ ਇਹੀ ਰਿਕੁਐਸਟ ਕਰਾਂਗੇ ਜੀ ਕਮਿਊਨਿਟੀ ਦੇ ਨਾਲ ਜਿਹੜਾ ਹੈ ਮਿਲ ਕੇ ਸਾਰੇ काम करिए और ऑफ कोर्स सीनियर्स ਨੂੰ ਜਿਹੜਾ ਹੈ ਆਪਣਾ ਹਮੇਸ਼ਾ बढ़ावा दइए, इज्जत दइए और प्यार दइए। This is a really good gesture. I encourage the seniors to get involved. It keeps the seniors involved, and she's done. Nina G, of course, I met her through Cancer Warriors Foundation. She's done so much for the community over the last 2 years, been recognized as well in the community, and I want to say thank you to her. I absolutely loved it. I really like the fact that इतने सारे seniors जो हमारे हैं वो लोग सब यहाँ पर अटेंड कर रहे हैं और ये भी मुझे भी बताया गया है कि ये it was only like 1/3 of the crowd that was supposed to come here, which is incredible because inside here it's a house full and I'm so honored to be here. ਜ਼ਿਕਰਯੋਗ ਹੈ ਕਿ ਸ਼ੁਭ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੀ ਸ਼ੁਰੂਆਤ 2013 ਦੇ ਵਿੱਚ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਸੀ। ਜਸਲੀਨ ਕੌਰ, PDC ਨਿਊਜ਼, ਬਰੈਂਪਟਨ, ਕੈਨੇਡਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਰੂਟੀਕਾਨਾ ਵੱਲੋਂ ਬ੍ਰਿਟਿਸ਼ ਕੋਲੰਬੀਆ ਜਨਰਲ ਹਸਪੀਟਲ ਨੂੰ $1 ਲੱਖ ਦੀ ਡੋਨੇਸ਼ਨ ਦਿੱਤੀ ਗਈ ਹੈ ਤਾਂ ਜੋ ਟਾਈਪ 1 ਡਾਇਬੀਟੀਜ਼ ਦੇ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਫਰੂਟੀਕਾਨਾ ਵੱਲੋਂ ਪਿਛਲੇ ਲਗਭਗ 20 ਸਾਲਾਂ ਤੋਂ ਹਰ ਸਾਲ ਵੱਖ-ਵੱਖ ਅਦਾਰਿਆਂ ਨੂੰ ਡੋਨੇਸ਼ਨ ਦਿੱਤੀ ਜਾਂਦੀ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਫਰੂਟੀਕਾਨਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਫਾਊਂਡਰ ਸਾਡੇ ਨਾਲ ਹਨ ਟੋਨੀ ਸਿੰਘ, ਵਧਾਈ ਦੇ ਪਾਤਰ ਨੇ। ਅੱਜ $1,01,000 ਜਿਹੜਾ ਉਹਨਾਂ ਨੇ BC ਚਿਲਡਰਨ ਹਸਪੀਟਲ ਨੂੰ ਦਿੱਤਾ। ਗੱਲਬਾਤ ਕਰਦੇ ਨੇ ਟੋਨੀ ਭਾਜੀ, ਕਿੱਦਾਂ ਆਇਆ ਕਿ ਕਿੰਨੀ ਚਿਰ ਤੋਂ ਤੁਸੀਂ BC ਚਿਲਡਰਨ ਹਸਪੀਟਲ ਨੂੰ ਫੰਡ ਦੇ ਰਹੇ ਹੋ?
ਹਾਂਜੀ BC ਚਿਲਡਰਨ ਹਸਪੀਟਲ ਨੂੰ ਸਾਨੂੰ 20 ਸਾਲ ਹੋ ਗਏ ਆ ਇਹ ਫੰਡ ਦਿੰਦਿਆਂ ਨੂੰ। ਨਵੇਂ ਹਸਪੀਟਲ ਜਦੋਂ ਬਣਿਆ ਸੀਗਾ ਉਹਦੇ ਵਿੱਚ ਅਸੀਂ ਬਹੁਤ ਹਿੱਸਾ ਪਾਇਆ ਸੀਗਾ ਤੇ ਅੱਜ ਅਸੀਂ ਫਿਰ ਇੱਥੇ ਇਕੱਠੇ ਹੋਏ ਹਾਂ। ਹਰ ਸਾਲ ਹੀ ਡੋਨੇਸ਼ਨ ਦਿੰਦੇ ਹਾਂ। ਅੱਜ 1,01,000 ਚੈੱਕ ਦਿੱਤੀ ਹੈ ਕਿ ਜਿਹੜਾ ਉਹ ਪੈਸਾ ਜਾ ਰਿਹਾ ਆ ਆਪਣੇ ਛੋਟੇ ਬੱਚਿਆਂ ਡਾਇਬੀਟੀ ਟਾਈਪ 1 ਵਾਸਤੇ ਕਿ ਜਿਹੜੀ ਬਿਮਾਰੀ ਦਾ ਕੋਈ ਇਲਾਜ ਹੈ ਨਹੀਂ, ਪਰ ਇਲਾਜ ਨਾ ਹੋਣ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਲਾਈਫ ਡੇ ਟੂ ਡੇ ਉਹ ਲਿਵ ਕਰ ਸਕਦੇ ਆ, ਉਹਨਾਂ ਵਾਸਤੇ ਇਹ 2 ਮਿਲੀਅਨ ਉਹਨਾਂ ਨੂੰ ਜ਼ਰੂਰਤ ਆ ਉੱਤੇ ਹਸਪੀਟਲ, ਜਿਹਦੇ ਵਿੱਚ ਅੱਜ ਮੈਂ ਹਿੱਸਾ ਪਾਇਆ 1,01,000 ਡਾਇਬੀਟੀ ਟਾਈਪ 1 ਫॉर ਚਿਲਡਰਨ ਹਸਪੀਟਲ। ਨੋ ਡਾਊਟ ਜਿਹੜੀਆਂ ਵੀ ਫਾਊਂਡੇਸ਼ਨਸ ਹੈਗੀਆਂ, ਚਾਹੇ ਉਹ ਸਰੀ ਹਸਪੀਟਲ ਹੋਵੇ ਜਾਂ BC ਚਿਲਡਰਨ ਹਸਪੀਟਲ, ਇਹ ਡੋਨੇਸ਼ਨ 'ਤੇ ਵੀ ਕਾਫੀ ਡਿਪੈਂਡ ਹੁੰਦੀਆਂ। ਤੁਸੀਂ BC ਚਿਲਡਰਨ ਹਸਪੀਟਲ ਹੀ ਕਿਉਂ ਚੁਣਿਆ? ਅਸੀਂ ਸਿਰਫ BC ਚਿਲਡਰਨ ਹਸਪੀਟਲ ਨਹੀਂ ਡੋਨੇਟ ਕਰਦੇ, ਅਸੀਂ ਸਰੀ ਮੈਮੋਰੀਅਲ ਵੀ, ਅਦਰ BC ਕੈਂਸਰ ਜਾਂ ਮੈਂਟਲ ਹੈਲਥ, ਸਾਰੇ ਜਗ੍ਹਾ 'ਤੇ ਜਿੱਥੇ ਲੋੜ ਹੁੰਦੀ ਅਸੀਂ ਹਮੇਸ਼ਾ ਨਾਲ ਖੜੇ ਹੁੰਦੇ ਹਾਂ। ਅੱਜ ਲੋੜ ਇਹ ਸੀਗੀ ਤੇ ਅੱਜ ਇਹਨਾਂ ਨਾਲ BC ਚਿਲਡਰਨ ਹਸਪੀਟਲ ਨਾਲ ਖੜੇ ਹਾਂ ਕਿ ਅੱਜ ਬੱਚਿਆਂ ਨੂੰ ਬਹੁਤ ਜ਼ਰੂਰਤ ਇਹ ਲੋੜ ਹੈ। ਟੋਨੀ ਸਿੰਘ ਜੀ, ਫਰੂਟੀਕਾਨਾ ਇੱਕ ਬਹੁਤ ਵੱਡਾ ਅਦਾਰਾ ਬਣ ਚੁੱਕਿਆ ਵਾ, ਕਿੰਨੀਆਂ ਲੋਕੇਸ਼ਨਸ ਨੇ ਤੇ ਇਹਦੇ ਬਾਰੇ ਵੀ ਸਾਨੂੰ ਦੱਸੋ। ਹਾਂਜੀ, ਸਾਡੇ ਇੱਥੇ ਲੋਅਰ ਮੇਨਲੈਂਡ ਤੇ ਅਲਬਰਟਾ ਵਿੱਚ 20 ਲੋਕੇਸ਼ਨ ਹਨ ਤੇ ਤੁਸੀਂ ਦੇਖ ਰਹੇ ਹੋ ਵੇਅਰ ਹਾਊਸ, ਸਾਡਾ ਸਮਾਨ ਇੱਥੇ ਸਾਰਾ ਆਉਂਦਾ, ਇੱਥੋਂ ਸਾਰੇ ਸਟੋਰਾਂ ਜਾਂਦਾ ਤੇ 20 ਲੋਕੇਸ਼ਨਾਂ ਤੁਹਾਡੇ ਲਈ ਸੇਵਾ ਕਰ ਰਹੇ ਹਾਂ। ਕਲੋਨਾ ਵੀ ਸਟੋਰ ਖੁੱਲ੍ਹ ਰਿਹਾ ਨੈਕਸਟ ਵੀਕ, ਸੋ ਤੁਹਾਡੇ ਵਾਸਤੇ ਹਰ ਇੱਕ ਹੀ ਕੋਰਨਰ 'ਤੇ ਫਰੂਟੀਕਾਨਾ ਹੈ ਅਸੀਂ। ਕਿਉਂਕਿ ਕੋਵਿਡ ਹਜੇ ਵੀ ਗਿਆ ਨਹੀਂ ਹੈਗਾ, ਉਤੋਂ ਦੁਸ਼ਹਿਰਾ, ਦੀਵਾਲੀ, ਬੜੇ ਫੈਸਟੀਵਲ ਆ ਰਹੇ ਨੇ, ਕਿਸੇ ਵੀ ਚੀਜ਼ ਦਾ ਪਿੱਛੋਂ ਸਟਾਕ ਸਾਰਾ ਆ ਰਿਹਾ ਵਾ, ਕੋਈ ਕਮੀ ਤਾਂ ਨਹੀਂ ਹੈਗੀ? ਕੋਈ ਕਮੀ ਨਹੀਂ, ਤੁਸੀਂ ਦੇਖ ਰਹੇ ਹੋ ਕਿ ਮੇਰਾ ਸਮਾਨ ਭਰਿਆ ਆ, ਦੀਵੇ ਪਹੁੰਚ ਗਏ, ਬਰਤਨ ਪਹੁੰਚ ਗਏ ਆ, ਦੀਵਾਲੀ ਦਾ ਸਾਰਾ ਹੀ ਸਮਾਨ ਇੱਥੇ ਆਪਣੇ ਕੋਲ ਪਹੁੰਚਿਆ, ਕੋਈ ਕਮੀ ਨਹੀਂ ਆਉਣ ਦੇਵਾਂਗੇ। ਜਿਸ ਤਰ੍ਹਾਂ ਕੋਵਿਡ ਵਿੱਚ ਅਸੀਂ ਇੱਕ ਚੀਜ਼ ਨਹੀਂ ਖਤਮ ਹੋਣ ਦਿੱਤੀ ਸੀਗੀ ਜਦੋਂ ਪੈਨਿਕ ਬਾਇੰਗ ਹੋਈ ਸੀਗੀ, ਇਸ ਤਰ੍ਹਾਂ ਹੀ ਸਾਡੇ ਕੋਲ ਹਮੇਸ਼ਾ ਹੀ ਬਹੁਤ ਸਮਾਨ ਅਸੀਂ ਰੱਖਦੇ ਹਾਂ ਵਾਧੂ। ਟੋਨੀ ਸਿੰਘ ਜੀ, ਮੈਨੂੰ ਯਾਦ ਹੈ ਕਿ ਪਿਛਲੇ ਸਾਲ ਵੀ ਅਸੀਂ ਫਰੂਟੀਕਾਨਾ ਰਲ ਕੇ ਦੀਵਾਲੀ 'ਤੇ ਕੁਛ ਨਾ ਕੁਛ ਜ਼ਰੂਰ ਪ੍ਰਾਈਜ਼ਸ ਵੀ ਰੱਖਦਾ। ਇਸ ਸਾਲ ਵੀ ਕੁਛ ਸੋਚਿਆ ਹੋਇਆ? ਹਾਂਜੀ, ਹਰ ਸਾਲ ਹੀ ਜਿੱਦਾਂ ਦੀਵਾਲੀ ਦੇ ਗਿਵ ਅਵੇ ਹੋ ਰਹੇ ਆ, ਸਾਡੇ ਕੋਲ ਛੋਟੇ ਅਪਲਾਇੰਸਿਸ ਅਸੀਂ ਦੇ ਰਹੇ ਹਾਂ ਕਿ ਜਿਹੜਾ ਆਲਰੇਡੀ ਸਟਾਰਟ ਹੋ ਗਿਆ। ਤੁਸੀਂ ਜਾਓ ਕਿਤੇ ਵੀ ਫਰੂਟੀਕਾਨਾ, ਇੱਥੋਂ ਲਾ ਕੇ ਅਲਬਰਟਾ ਤੱਕ ਕਿਤੇ ਵੀ ਪਰਚੀ ਪਾ ਸਕਦੇ ਹਾਂ। ਹਰ ਰੋਜ਼ ਹੀ ਇੱਕ ਅਪਲਾਇੰਸਿਸ ਕੱਢਿਆ ਜਾਵੇਗਾ ਹੁਣ ਤੋਂ ਲਾ ਕੇ ਦੀਵਾਲੀ ਤੱਕ। ਸੋ 1 ਅਪਲਾਇੰਸਿਸ ਐਵਰੀ ਡੇ ਗਿਵ ਆਊਟ ਕੀਤਾ, ਉਹਦੇ ਵਿੱਚ ਕੋਈ ਤੁਹਾਨੂੰ ਲੋਟਰੀ ਨਹੀਂ ਲੈਣੀ ਪਊਗੀ। ਸਟੋਰ 'ਚ ਜਾਓ, ਆਪਣਾ ਨਾਂ ਲਿਖੋ, ਪਰਚੀ ਪਾਓ। ਸੋ ਹੋਰ ਇਸ ਤੋਂ ਬਾਅਦ ਕੀ ਪਲਾਨ ਹੈ ਤੁਹਾਡਾ ਇਨ ਟਰਮਸ ਆਫ ਡੋਨੇਸ਼ਨ? ਅਸੀਂ ਹੁਣ ਦੀਵਾਲੀ ਦਾ ਸਾਡਾ ਚੱਲ ਰਿਹਾ ਕਿ ਡੋਨੇਟ ਕਰੋ ਸਾਡੇ ਫਰੂਟੀਕਾਨਾ 'ਚ। ਦੀਵਾਲੀ ਵਿੱਚ ਅਸੀਂ ਦੇ ਰਹੇ ਹਾਂ ਇਹ ਡੋਨੇਸ਼ਨ ਸਰੀ ਮੈਮੋਰੀਅਲ ਹਸਪੀਟਲ, ਉੱਥੇ ਵੀ ਜਿਹੜਾ ਚਿਲਡਰਨਸ ਵਾਰਡ ਆ ਉਹ ਵੀ ਰੈਨੋਵੇਟ ਹੋ ਰਿਹਾ ਆ, ਉਹਦੇ ਵਾਸਤੇ ਵੀ ਅਸੀਂ ਪਿਛਲੇ ਸਾਲ ਪੈਸੇ ਦਿੱਤੇ ਸੀਗੇ ਉੱਥੋਂ ਵੀ ਪਹਿਲਾਂ, ਤੇ ਇਸ ਸਾਲ ਹੀ ਵੀ ਅਸੀਂ ਦੀਵਾਲੀ 'ਤੇ ਉਹਨਾਂ ਨੂੰ ਚੈੱਕ ਪ੍ਰੈਜ਼ੈਂਟ ਕਰਾਂਗੇ। ਟੋਨੀ ਸਿੰਘ ਜੀ, ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਵਧਾਈ ਹੋ। ਥੈਂਕ ਯੂ ਜੀ। ਇਹ ਸਨ ਫਰੂਟੀਕਾਨਾ ਦੇ ਓਨਰ ਅਤੇ ਮੈਨੇਜਿੰਗ ਡਾਇਰੈਕਟਰ ਟੋਨੀ ਸਿੰਘ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਜੋ ਡੋਨੇਟ ਕੀਤਾ ਜੀ $1,01,000 BC ਚਿਲਡਰਨ ਹਸਪੀਟਲ ਨੂੰ, ਉਹਦੀ ਜਾਣਕਾਰੀ ਦਿੱਤੀ ਅਤੇ ਉਸ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਸਰੀ ਹਸਪੀਟਲ ਦੇ ਲਈ ਵੀ ਜੇ ਤੁਸੀਂ ਫਰੂਟੀਕਾਨਾ ਗਰੋਸਰੀ ਕਰਨ ਜਾਂਦੇ ਹੋ ਤਾਂ ਤੁਸੀਂ ਉੱਥੇ ਡੋਨੇਟ ਕਰ ਸਕਦੇ ਹੋ। NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।